ਨੂੰ ਅੰਗਰੇਜ਼ੀ ਦੇ ਵਿੱਚ ਫੋਰਸ ਕਹਿੰਦੇ ਨੇ। ਫੋਰਸ ਇਸ ਨੂੰ ਅਸੀਂ ਜਦੋਂ ਅਸੀਂ ਕੋਈ ਨੂਮੈਰੀਕਲ ਕਰਦੇ ਹਾਂ ਤਾਂ ਅਸੀਂ ਉਹਨੂੰ ਕੈਪੀਟਲ F ਨਾਲ ਪਾਉਂਦੇ ਹਾਂ। ਤੇ ਇਸ ਦੀ ਡੈਫੀਨੇਸ਼ਨ ਹੈ ਕਿ ਇੱਕ ਸਥਿਰ ਵਸਤੂ ਨੂੰ ਗਤੀ ਵਿੱਚ ਲਿਆਉਣ ਲਈ ਜਾਂ ਗਤੀਮਾਨ ਵਸਤੂ ਨੂੰ ਰੋਕਣ ਲਈ ਪੱਠਿਆਂ ਨੂੰ ਯਤਨ ਕਰਨਾ ਪੈਂਦਾ ਹੈ, ਜਾਂ ਫਿਰ ਕਿਸੇ ਵਸਤੂ ਦੀ ਗਤੀ ਦੀ ਅਵਸਥਾ ਬਦਲਣ ਲਈ ਸਾਨੂੰ ਧੱਕਾ ਮਾਰਨਾ, ਖਿੱਚਣਾ ਜਾਂ ਠੋਕਰ ਲਗਾਉਣੀ ਪੈਂਦੀ ਹੈ। ਇਸ ਧੱਕਾ ਮਾਰਨ, ਖਿੱਚਣ ਜਾਂ ਠੋਕਰ ਲਗਾਉਣ ਨੂੰ ਬਲ ਕਹਿੰਦੇ ਹਨ। ਸੋ ਇਹ ਅਸੀਂ ਬਲ ਦੀ ਡੈਫੀਨੇਸ਼ਨ ਯਾਦ ਕਰ ਲੈਣੀ ਆ। ਫਿਰ ਇਸ ਨੂੰ ਅਸੀਂ ਕਾਹਦੇ ਵਿੱਚ ਮਾਪਦੇ ਹਾਂ? ਬਲ ਨੂੰ ਮੀਟਰ ਪਰ ਸੈਕਿੰਡ ਸਕੁਅਰ, ਕਿਲੋਗ੍ਰਾਮ ਮੀਟਰ ਪਰ ਸੈਕਿੰਡ ਸਕੁਅਰ ਇਸ ਦੀ ਮਾਤਰਿਕ ਹੈ। ਬੱਚਿਓ, ਬਲ ਆ ਜਿਹੜੇ ਦੋ ਤਰ੍ਹਾਂ ਦੇ ਹੁੰਦੇ ਨੇ, ਸੰਤੁਲਿਤ ਤੇ ਅਸੰਤੁਲਿਤ ਬਲ। ਸੰਤੁਲਿਤ ਬਲ ਕਿਹੜੇ ਹੁੰਦੇ ਨੇ? ਜਦੋਂ ਕੋਈ ਵਸਤੂ ਤੇ ਅਸੀਂ ਵਿਰੋਧੀ ਦਿਸ਼ਾਵਾਂ ਦੇ ਵਿੱਚ ਇੱਕੋ ਜਿਹੇ ਬਲ ਲੱਗਦੇ ਹਨ ਤਾਂ ਉਹ ਵਸਤੂ ਆ ਜਿਹੜੀ ਉਹ ਗਤੀਮਾਨ ਅਵਸਥਾ ਵਿੱਚ ਨਹੀਂ ਆਉਂਦੀ, ਤਾਂ ਉਸ ਵੇਲੇ ਜਿਹੜੇ ਬਲ ਲੱਗ ਰਹੇ ਹੁੰਦੇ ਨੇ ਉਹਨਾਂ ਨੂੰ ਅਸੀਂ ਸੰਤੁਲਿਤ ਕਹਿੰਦੇ ਹਾਂ। ਜਦੋਂ ਕਿਸੇ ਵਸਤੂ ਤੇ ਅਸੰਤੁਲਿਤ ਬਲ ਲੱਗਦੇ ਨੇ ਤਾਂ ਇੱਕ ਬਲ ਜਿਹੜਾ ਹੈਗਾ ਉਹ ਵਿਰੋਧੀ ਬਲ ਨਾਲੋਂ ਜ਼ਿਆਦਾ ਹੁੰਦਾ ਹੈ, ਤਾਂ ਉਸ ਵੇਲੇ ਜਿਹੜੀ ਵਸਤੂ ਆ ਉਹ ਗਤੀਮਾਨ ਅਵਸਥਾ ਦੇ ਵਿੱਚ ਆ ਜਾਂਦੀ ਆ, ਤਾਂ ਉਹ ਅਸੰਤੁਲਿਤ ਬਲ ਕਹਾਉਂਦਾ ਹੈ। ਜਿਵੇਂ ਕਿ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ ਕਿ ਇੱਕ ਬਕਸਾ ਲੈ ਕੇ ਉਹ ਬੱਚੇ ਉਸ ਨੂੰ ਧੱਕਾ ਲਗਾ ਰਹੇ ਨੇ, ਤਾਂ ਪਹਿਲਾਂ ਉਹ ਥੋੜਾ ਧੱਕਾ ਲਗਾਉਂਦੇ ਨੇ ਤਾਂ ਬਕਸਾ ਹਿੱਲਦਾ ਨਹੀਂ, ਕਿਉਂਕਿ ਇਸ ਦੇ ਵਿੱਚ ਇੱਕ ਤਾਂ ਧਕੇਲਣ ਬਲ ਕੰਮ ਕਰ ਰਿਹਾ ਹੈ, ਇੱਕ ਵਿਰੋਧੀ ਦਿਸ਼ਾ ਦੇ ਵਿੱਚ ਰਗੜ ਬਲ ਕੰਮ ਕਰ ਰਿਹਾ ਹੈ। ਸੋ ਰਗੜ ਬਲ ਤੇ ਧਕੇਲਣ ਬਲ ਦੋਨੇ ਆਪਸ ਦੇ ਵਿੱਚ ਬਰਾਬਰ ਹੋ ਗਏ ਤੇ ਉਹ ਬਕਸਾ ਜਿਹੜਾ ਹੈਗਾ ਗਤੀ ਵਿੱਚ ਨਹੀਂ ਆ ਰਿਹਾ, ਤਾਂ ਅਸੀਂ ਇਹ ਕਹਾਂਗੇ ਉਸ ਤੇ ਸੰਤੁਲਿਤ ਬਲ ਲੱਗ ਰਹੇ ਹਨ। ਤੇ ਦੂਸਰੀ ਅਵਸਥਾ ਦੇ ਵਿੱਚ ਦੇਖੋ, ਹੁਣ ਉਹਨਾਂ ਨੇ ਥੋੜਾ ਜਿਹਾ ਵੱਧ ਜ਼ੋਰ ਲਾਇਆ ਤੇ ਬਕਸਾ ਫਿਰ ਵੀ ਨਹੀਂ ਹਿੱਲਿਆ, ਤੇ ਇੱਥੇ ਵੀ ਰਗੜ ਬਲ ਉਨਾ ਹੀ ਵੱਧ ਗਿਆ ਜਿੰਨਾ ਕਿ ਧਕੇਲਣ ਬਲ ਵੱਧ ਲਗਾਇਆ। ਸੋ ਰਗੜ ਬਲ ਧਕੇਲਣ ਬਲ ਦੇ ਬਰਾਬਰ ਹੋ ਗਿਆ ਤੇ ਸੰਤੁਲਿਤ ਬਲ ਲੱਗਣ ਲੱਗ ਗਏ, ਜਿਸ ਕਰਕੇ ਬਕਸਾ ਗਤੀਮਾਨ ਅਵਸਥਾ ਵਿੱਚ ਨਹੀਂ ਆ ਰਿਹਾ। ਹੁਣ ਤੀਸਰੀ ਅਵਸਥਾ 'ਚ ਦੇਖੋ, ਹੁਣ ਬੱਚਿਆਂ ਨੇ ਹੋਰ ਜ਼ੋਰ ਨਾਲ ਧੱਕਾ ਲਾਇਆ ਤੇ ਬਕਸਾ ਗਤੀਮਾਨ ਅਵਸਥਾ ਦੇ ਵਿੱਚ ਆ ਗਿਆ, ਉਸਨੇ ਹਿੱਲਣਾ ਸ਼ੁਰੂ ਕਰਤਾ। ਹੁਣ ਇਹਦੇ ਵਿੱਚ ਦੇਖੋ ਤੁਸੀਂ, ਇੱਕ ਧਕੇਲਣ ਬਲ ਹੈਗਾ ਤੇ ਇੱਕ ਰਗੜ ਬਲ, ਤੇ ਇਹਦੇ ਵਿੱਚ ਧਕੇਲਣ ਬਲ ਜਿਹੜਾ ਹੈ ਉਹ ਰਗੜ ਬਲ ਦੇ ਨਾਲੋਂ ਵੱਧ ਹੈ। ਇਸ ਕਰਕੇ ਜਿਹੜਾ ਬਕਸਾ ਹੈਗਾ ਉਹ ਹਿੱਲਣ ਲੱਗ ਗਿਆ, ਮਤਲਬ ਕਿ ਇਸ ਤੇ ਅਸੰਤੁਲਿਤ ਬਲ ਲੱਗ ਰਹੇ ਹਨ, ਜਿਸ ਕਰਕੇ ਜਿਹੜਾ ਬਕਸਾ ਹੈਗਾ ਉਹ ਗਤੀਮਾਨ ਅਵਸਥਾ ਦੇ ਵਿੱਚ ਆ ਗਿਆ। ਸੋ ਇਸ ਤੋਂ ਅਸੀਂ ਇਹ ਸਿੱਟਾ ਕੱਢਦੇ ਹਾਂ ਬੱਚਿਓ ਕਿ ਜਦੋਂ ਵੀ ਅਸੀਂ ਕਿਸੇ ਵਸਤੂ ਨੂੰ ਵਿਰਾਮ ਅਵਸਥਾ ਤੋਂ ਗਤੀਮਾਨ ਅਵਸਥਾ ਵਿੱਚ ਲਿਆਉਣਾ ਜਾਂ ਉਸ ਦੀ ਗਤੀਮਾਨ ਅਵਸਥਾ ਨੂੰ ਅਸੀਂ ਚੇਂਜ ਕਰਨਾ, ਬਦਲਣਾ, ਤਾਂ ਸਾਨੂੰ ਉਸ ਤੇ ਅਸੰਤੁਲਿਤ ਬਲ ਲਗਾਉਣਾ ਪਏਗਾ, ਫਿਰ ਹੀ ਉਸ ਦੀ ਅਵਸਥਾ ਬਦਲੇਗੀ। ਸੋ ਇਸੇ ਤਰ੍ਹਾਂ ਨਾਲ ਜੇ ਅਸੀਂ ਆਪਾਂ ਇੱਕ ਲੱਕੜ ਦਾ ਮੁੱਢ ਲੈ ਲਈਏ ਤੇ ਉਹਨੂੰ ਮੇਜ਼ ਦੇ ਉੱਪਰ ਰੱਖ ਲਈਏ, ਉਹਦੇ ਦੋਨੇ ਸਿਰਿਆਂ ਤੇ ਅਸੀਂ ਰੱਸੀਆਂ ਬੰਨ੍ਹ ਲਈਏ, ਤੇ ਜੇ ਖੱਬੇ ਪਾਸੇ ਨੂੰ ਰੱਸੀ ਖਿੱਚਾਂਗੇ ਤਾਂ ਉਹ ਖੱਬੇ ਪਾਸੇ ਨੂੰ ਤੁਰੇਗਾ, ਤੇ ਜੇ ਅਸੀਂ ਸੱਜੇ ਪਾਸੇ ਨੂੰ ਖਿੱਚਾਂਗੇ ਤਾਂ ਸੱਜੇ ਪਾਸੇ ਨੂੰ ਤੁਰੇਗਾ। ਜੇ ਅਸੀਂ ਦੋਨੇ ਪਾਸੇ ਇੱਕੋ ਜਿਹਾ ਬਲ ਲਗਾਵਾਂਗੇ, ਸੰਤੁਲਿਤ ਬਲ ਜਿਹਨੂੰ ਕਹਿੰਦੇ ਆ, ਦੋਨੇ ਪਾਸੇ ਇੱਕੋ ਜਿਹੇ ਬਲ ਨਾਲ ਖਿੱਚਾਂਗੇ ਤਾਂ ਉਹ ਬਕਸਾ ਹਿੱਲੇਗਾ ਨਹੀਂ। ਸੋ ਇਸ ਤੋਂ ਇਹ ਪਤਾ ਲੱਗਦਾ ਕਿ ਅਸੰਤੁਲਿਤ ਬਲ ਲਗਾ ਕੇ ਹੀ ਅਸੀਂ ਕਿਸੇ ਵਸਤੂ ਨੂੰ ਗਤੀਮਾਨ ਅਵਸਥਾ ਦੇ ਵਿੱਚ ਲਿਆ ਸਕਦੇ ਹਾਂ। ਬੱਚਿਓ, ਸਾਇੰਟਿਸਟ ਨਿਊਟਨ ਨੇ ਸਾਨੂੰ ਗਤੀ ਦੇ 3 ਨਿਯਮ ਦਿੱਤੇ ਨੇ। ਪਹਿਲਾ ਨਿਯਮ, ਦੂਸਰਾ ਨਿਯਮ ਤੇ ਨਿਊਟਨ ਦਾ ਤੀਸਰਾ ਨਿਯਮ, ਤੇ ਇਹ ਗਤੀ ਬਾਰੇ ਸਾਨੂੰ ਦੱਸਦੇ ਹਨ। ਤੇ ਇਹ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ 2 ਹੋਰ ਗੱਲਾਂ ਦੱਸਣਾ ਚਾਹੁੰਦੀ ਹਾਂ ਕਿ ਇੱਕ ਤਾਂ ਵੇਗ ਕੀ ਹੁੰਦਾ ਹੈ, ਵੇਗ ਕੀ ਹੁੰਦਾ ਹੈ? ਕਿਸੇ ਵਸਤੂ ਦੀ ਅਵਸਥਾ ਦੇ ਵਿੱਚ ਪਰਿਵਰਤਨ ਦੀ ਦਰ ਨੂੰ ਅਸੀਂ ਵੇਗ ਕਹਿੰਦੇ ਹਾਂ, ਤੇ ਇਸ ਨੂੰ ਅਸੀਂ v ਨਾਲ ਲਿਖਦੇ ਹਾਂ, ਤੇ ਇਸ ਦਾ ਜਿਹੜਾ ਮਾਤਰਿਕ ਹੈ ਉਹ ਮੀਟਰ ਪਰ ਸੈਕਿੰਡ ਹੈ।
ਤੇ ਇਸੇ ਤਰ੍ਹਾਂ ਦੂਸਰੀ ਟਰਮ ਆ, ਜਿਹੜੀ ਦੂਸਰੀ ਹੈਗੀ ਆ ਟਰਮ, ਉਹ ਹੈਗੀ ਆ ਪ੍ਰਵੇਗ। ਪ੍ਰਵੇਗ ਨੂੰ ਅਸੀਂ ਏ ਨਾਲ ਲਿਖਦੇ ਹਾਂ, ਸਮੌਲ ਏ ਨਾਲ। ਤੇ ਕਿਸੇ ਵਸਤੂ ਦੇ ਵੇਗ ਵਿੱਚ ਪਰਿਵਰਤਨ ਦੀ ਦਰ ਨੂੰ ਅਸੀਂ ਪ੍ਰਵੇਗ ਕਹਿੰਦੇ ਹਾਂ। ਮਤਲਬ ਅਗਰ ਮੁੱਢਲਾ ਵੇਗ u ਹੈ, ਅੰਤਮ ਵੇਗ v ਹੈ ਤੇ ਸਮਾਂ t ਲੱਗਿਆ ਹੈ, ਤਾਂ ਪ੍ਰਵੇਗ ਹੋਏਗਾ v - u/t। ਸੋ ਇਹ ਹੋ ਗਿਆ ਪ੍ਰਵੇਗ, ਵੇਗ ਵਿੱਚ ਪਰਿਵਰਤਨ ਦੀ ਦਰ। ਜਦੋਂ ਵੀ ਮੈਂ ਦੀ ਦਰ ਬੋਲਣਾ ਤਾਂ ਇਸ ਦਾ ਮਤਲਬ ਇਹ ਹੁੰਦਾ ਕਿ ਉਸ ਨੂੰ ਅਸੀਂ ਉਸ ਸਮੇਂ ਦੇ ਨਾਲ ਭਾਗ ਕਰਨਾ। ਇਹਦਾ ਮਤਲਬ ਹੁੰਦਾ ਉਸ ਵੇਗ ਵਿੱਚ ਪਰਿਵਰਤਨ ਦੀ ਦਰ, v - u/t। ਸੋ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਨਿਊਟਨ ਦਾ ਗਤੀ ਦਾ ਪਹਿਲਾ ਨਿਯਮ ਕੀ ਹੈ। ਹਰੇਕ ਵਸਤੂ ਆਪਣੀ ਵਿਰਾਮ ਅਵਸਥਾ ਵਿੱਚ ਜਾਂ ਸਰਲ ਰੇਖਾ ਵਿੱਚ ਇੱਕ ਸਮਾਨ ਗਤੀ ਦੀ ਅਵਸਥਾ ਵਿੱਚ ਬਣੀ ਰਹਿੰਦੀ ਹੈ ਜਦੋਂ ਤੱਕ ਬਾਹਰੀ ਬਲ ਉਸ ਦੀ ਉਸ ਅਵਸਥਾ ਨੂੰ ਬਦਲਣ ਲਈ ਮਜਬੂਰ ਨਹੀਂ ਕਰਦਾ। ਇਹ ਹੈ ਨਿਊਟਨ ਦੀ ਗਤੀ ਦਾ ਪਹਿਲਾ ਨਿਯਮ। ਸੋ ਇੱਕ ਇਹਦੇ ਵਿੱਚ ਹੋਰ ਟਰਮ ਹੈਗੀ ਆ ਜੜਤਾ। ਕਿਸੇ ਵੀ ਵਸਤੂ ਦੀ ਪ੍ਰਵਿਰਤੀ ਹੁੰਦੀ ਆ, ਉਸ ਦਾ ਗੁਣ ਹੁੰਦਾ ਹੈ ਕਿ ਉਹ ਆਪਣੀ ਮੁੱਢਲੀ ਅਵਸਥਾ ਵਿੱਚ ਰਹਿਣ ਦੀ ਪ੍ਰਵਿਰਤੀ ਰੱਖਦੀ ਹੈ। ਸੋ ਇਹ ਇੱਕ ਹਰੇਕ ਵਸਤੂ ਦਾ ਗੁਣ ਆ। ਜੇ ਉਹ ਵਿਰਾਮ ਅਵਸਥਾ ਵਿੱਚ ਪਈ ਆ ਤਾਂ ਉਹ ਵਿਰਾਮ ਅਵਸਥਾ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਦੀ ਆ। ਜੇ ਉਹ ਗਤੀਮਾਨ ਅਵਸਥਾ ਦੇ ਵਿੱਚ ਹੈ ਤਾਂ ਉਹ ਗਤੀਮਾਨ ਅਵਸਥਾ ਵਿੱਚ ਰਹਿਣ ਦੀ ਕੋਸ਼ਿਸ਼ ਕਰਦੀ ਆ। ਵਸਤੂ ਦੇ ਇਸ ਗੁਣ ਨੂੰ ਅਸੀਂ ਜੜਤਾ ਕਹਿੰਦੇ ਹਾਂ। ਇਹੀ ਕਾਰਨ ਹੈ ਕਿ ਗਤੀ ਦੇ ਪਹਿਲੇ ਨਿਯਮ ਨੂੰ ਅਸੀਂ ਜੜਤਾ ਦਾ ਨਿਯਮ ਵੀ ਕਹਿੰਦੇ ਹਾਂ। ਸੋ ਜੜਤਾ ਦਾ ਨਿਯਮ ਤੇ ਪਹਿਲਾ ਨਿਯਮ ਨਿਊਟਨ ਦਾ, ਇਹ ਦੋਨੇ ਬਰਾਬਰ ਹਨ। ਬੱਚਿਓ, ਜਿਵੇਂ ਤੁਸੀਂ ਚਿੱਤਰ ਵਿੱਚ ਦੇਖ ਰਹੇ ਹੋ, ਇੱਕ ਦਰਖਤ ਹੈ, ਉਸਨੂੰ ਫਲ ਲੱਗਿਆ ਹੋਇਆ, ਤੇ ਜਦੋਂ ਅਸੀਂ ਉਹਨੂੰ ਹਲੂਣਾ ਦਿੰਨੇ ਆ ਤਾਂ ਉਸ ਦੀਆਂ ਜਿਹੜੀਆਂ ਟਾਹਣੀਆਂ ਨੇ ਉਹ ਗਤੀ ਦੇ ਵਿੱਚ ਆ ਜਾਂਦੀਆਂ ਨੇ ਤੇ ਫਲ ਹੈ ਜਿਹੜਾ ਨੀਚੇ ਡਿੱਗ ਜਾਂਦਾ ਹੈ। ਫਲ ਕਿਸ ਕਰਕੇ ਨੀਚੇ ਡਿੱਗਦਾ? ਕਿਉਂਕਿ ਜੜਤਾ ਦੇ ਗੁਣ ਕਾਰਨ ਫਲ ਨੇ ਆਪਣੀ ਪਹਿਲੀ ਵਿਰਾਮ ਅਵਸਥਾ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕਰਨੀ ਆ, ਜਦ ਕਿ ਜਿਹੜੀਆਂ ਟਾਹਣੀਆਂ ਨੇ ਉਹ ਗਤੀਮਾਨ ਅਵਸਥਾ ਦੇ ਵਿੱਚ ਆ ਗਈਆਂ, ਜਿਸ ਕਰਕੇ ਕੀ ਹੋਇਆ, ਫਲ ਸੀ ਜਿਹੜਾ ਟਾਹਣੀਆਂ ਨਾਲੋਂ ਅਲੱਗ ਹੋ ਗਿਆ ਤੇ ਉਹ ਨੀਚੇ ਡਿੱਗ ਗਿਆ। ਸੋ ਇਹ ਇੱਕ ਜੜਤਾ ਦੀ ਉਦਾਹਰਣ ਹੈ। ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਇੱਕ ਗੇਂਦ ਪਈ ਆ ਤੇ ਬੱਚਾ ਉਸ ਨਾਲ ਖੇਡ ਰਿਹਾ, ਤੇ ਉਹ ਗੇਂਦ ਜੇ ਪਹਿਲਾਂ ਵਿਰਾਮ ਅਵਸਥਾ ਵਿੱਚ ਪਈ ਆ ਤਾਂ ਉਹ ਵਿਰਾਮ ਅਵਸਥਾ ਵਿੱਚ ਹੀ ਰਹੇਗੀ ਤੇ ਜਦੋਂ ਤੱਕ ਉਹ ਇਸ ਤੇ ਠੋਕਰ ਨਹੀਂ ਮਾਰਦਾ। ਸੋ ਇਹ ਆਪਣੀ ਜੜਤਾ ਦੇ ਕਾਰਨ ਪਹਿਲੀ ਜਿਹੜੀ ਮੁੱਢਲੀ ਅਵਸਥਾ ਹੈਗੀ ਆ, ਵਿਰਾਮ ਅਵਸਥਾ ਵਿੱਚ ਰਹਿਣ ਦੀ ਹੀ ਕੋਸ਼ਿਸ਼ ਕਰੇਗੀ। ਆ ਬੱਚੇ ਜਿਵੇਂ ਕਾਰ ਚਲਾ ਰਿਹਾ ਕੋਈ ਕਾਰ ਚਾਲਕ, ਤਾਂ ਅੱਗੇ ਕੀ ਆ, ਉਹਦਾ ਕੰਧ ਦੇ ਨਾਲ ਟੱਕਰ ਹੋ ਜਾਂਦੀ ਹੈ ਤੇ ਕਾਰ ਇੱਕਦਮ ਰੁਕ ਜਾਂਦੀ ਆ ਤੇ ਜਿਹੜਾ ਕਾਰ ਚਾਲਕ ਹੈ ਉਹ ਦੇਖੋ ਅੱਗੇ ਵੱਲ ਬਾਹਰ ਡਿੱਗ ਪਿਆ। ਇਹ ਕਿਸ ਕਰਕੇ ਡਿੱਗਿਆ? ਕਿਉਂਕਿ ਜਿਹੜੀ ਕਾਰ ਸੀ ਉਹ ਗਤੀਮਾਨ ਅਵਸਥਾ ਦੇ ਵਿੱਚ ਸੀਗੀ, ਬਹੁਤ ਤੇਜ਼ ਆ ਰਹੀ ਸੀ ਤੇ ਕਾਰ ਚਾਲਕ ਦੀ ਗਤੀ ਵੀ ਉਨੀ ਹੋਈ ਸੀ ਜਦੋਂ ਕਾਰ 'ਚ ਬੈਠਾ ਸੀ। ਜਦੋਂ ਕਾਰ ਇੱਕਦਮ ਰੁਕ ਗਈ ਤਾਂ ਉਸਦੇ ਪਰ ਜਿਹੜਾ ਕਾਰ ਚਾਲਕ ਸੀ ਉਹ ਜੜਤਾ ਦੇ ਗੁਣ ਕਾਰਨ ਉਹ ਆਪਣੀ ਪਹਿਲੀ ਅਵਸਥਾ ਵਿੱਚ ਰਹਿਣ ਦੀ ਹੀ ਕੋਸ਼ਿਸ਼ ਕਰਦਾ ਹੈ, ਜਿਸ ਕਰਕੇ ਉਹ ਕਾਰ ਤੋਂ ਬਾਹਰ ਅੱਗੇ ਵੱਲ ਡਿੱਗ ਪੈਂਦਾ ਹੈ। ਸੋ ਇਹ ਇੱਕ ਜੜਤਾ ਦਾ ਗੁਣ ਦਾ ਉਦਾਹਰਣ ਹੈ। ਇਸੇ ਤਰ੍ਹਾਂ ਹੀ ਜੇ ਤੁਸੀਂ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੋ ਤਾਂ ਤੁਸੀਂ ਦੇਖਦੇ ਹੋ ਜਦੋਂ ਬੱਸ ਚੱਲਦੀ ਹੈ, ਸਟਾਰਟ ਹੁੰਦੀ ਹੈ ਸ਼ੁਰੂ ਦੇ ਵਿੱਚ, ਤਾਂ ਤੁਸੀਂ ਪਿੱਛੇ ਨੂੰ ਡਿੱਗਦੇ ਹੋ। ਕਿਉਂ ਡਿੱਗਦੇ ਹੋ? ਕਿਉਂਕਿ ਜੜਤਾ ਦੇ ਕਾਰਨ ਜਿਹੜਾ ਤੁਹਾਡੀ ਜਿਹੜਾ ਸਰੀਰ ਹੈ ਉਹ ਪਹਿਲੀ ਅਵਸਥਾ ਦੇ ਵਿੱਚ, ਵਿਰਾਮ ਅਵਸਥਾ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕਰਦਾ ਹੈ, ਪਰ ਤੁਹਾਡੇ ਜਿਹੜੇ ਪੈਰ ਨੇ ਉਹ ਬੱਸ ਦੇ ਨਾਲ ਛੂਹ ਰਹੇ ਹੈਗੇ, ਉਹ ਬੱਸ ਦੇ ਗਤੀ ਦੇ ਆਉਣ ਨਾਲ ਪੈਰ ਗਤੀ 'ਚ ਆ ਜਾਂਦੇ ਨੇ ਤੇ ਤੁਹਾਡਾ ਜਿਹੜਾ ਸਰੀਰ ਆ ਉੱਪਰੋਂ ਉਹ ਵਿਰਾਮ ਅਵਸਥਾ ਵਿੱਚ ਰਹਿਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਕਰਕੇ ਤੁਸੀਂ ਪਿੱਛੇ ਨੂੰ ਡਿੱਗ ਪੈਂਦੇ ਹੋ। ਤੇ ਇਸੇ ਤਰ੍ਹਾਂ ਹੀ ਜਦੋਂ ਬੱਸ ਰੁਕਦੀ ਆ, ਬ੍ਰੇਕ ਲੱਗਦੇ ਨੇ, ਤਾਂ ਉਸ ਵੇਲੇ ਉਲਟ ਹੁੰਦਾ ਹੈ।
ਤੇ ਪਹਿਲਾਂ ਬੱਸ ਤੇ ਜੋ ਬੱਸ ਦੀ ਸਵਾਰੀ ਹੈ ਉਹ ਦੋਨੋਂ ਹੀ ਗਤੀਮਾਨ ਅਵਸਥਾ ਦੇ ਵਿੱਚ ਹੁੰਦੇ ਨੇ। ਉਹ ਬੱਸ ਦੀ ਗਤੀ ਦੇ ਨਾਲ ਹੀ ਚੱਲ ਰਹੇ ਹੁੰਦੇ ਨੇ। ਜਦੋਂ ਬੱਸ ਨੇ ਇੱਕਦਮ ਬ੍ਰੇਕ ਲਗਾਤੀ ਤਾਂ ਬੱਸ ਰੁਕ ਗਈ, ਤਾਂ ਤੁਹਾਡੇ ਪੈਰ ਵੀ ਬੱਸ ਨਾਲ ਛੂਹ ਰਹੇ ਨੇ, ਉਹ ਵੀ ਰੁਕ ਗਏ। ਪਰ ਜਿਹੜੀ ਉੱਪਰਲਾ ਜਿਹੜੀ ਸਾਰੀ ਬਾਡੀ ਹੈ ਤੁਹਾਡੀ, ਉਹ ਉਸੇ ਗਤੀਮਾਨ ਅਵਸਥਾ ਦੇ ਵਿੱਚ ਹੀ ਹੈ। ਇਸ ਕਰਕੇ ਤੁਸੀਂ ਜੜਤਾ ਦੇ ਗੁਣ ਕਾਰਨ ਅੱਗੇ ਵੱਲ ਨੂੰ ਡਿੱਗਦੇ ਹੋ। ਸੋ ਇਹ ਸਾਰੀਆਂ ਉਦਾਹਰਨਾਂ ਜੜਤਾ ਦੀਆਂ ਹਨ। ਸੋ ਇਸ ਤਰ੍ਹਾਂ ਤੁਸੀਂ ਚਿੱਤਰ ਵਿੱਚ ਦੇਖ ਰਹੇ ਹੋ, ਇੱਕ ਬਕਸਾ ਹੈ। ਇਸ ਦੇ ਵਿੱਚ ਪਹਿਲਾਂ ਇਹ ਵਿਰਾਮ ਅਵਸਥਾ ਵਿੱਚ ਹੈ, ਤਾਂ ਇਸੇ ਅਵਸਥਾ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕਰੂਗਾ। ਤੇ ਜਦੋਂ ਅਸੀਂ ਇਸ ਤੇ ਧੱਕਾ ਲਗਾਵਾਂਗੇ ਉਦੋਂ ਹੀ ਇਹ ਗਤੀ ਵਿੱਚ ਆਏਗਾ। ਸੋ ਅਸੀਂ ਧੱਕਾ ਲਾਉਣ ਤੋਂ ਬਿਨਾਂ ਕਿਸੇ ਵੀ ਵਸਤੂ ਨੂੰ ਉਸ ਦੀ ਪਹਿਲੀ ਪੋਜੀਸ਼ਨ ਤੋਂ ਨਹੀਂ ਹਿਲਾ ਸਕਦੇ। ਇਸੇ ਤਰ੍ਹਾਂ ਦੇਖੋ, ਇੱਕ ਲੜਕੀ ਆ, ਕਾਰ ਚਲਾ ਰਹੀ ਹੈ ਤੇ ਉਸਨੇ ਸੀਟ ਬੈਲਟ ਨਹੀਂ ਲਗਾ ਰੱਖੀ, ਜਿਵੇਂ ਚਿੱਤਰ ਵਿੱਚ ਦੇਖ ਰਹੇ ਹੋ। ਤਾਂ ਉਸਨੂੰ ਇੱਕਦਮ ਬ੍ਰੇਕ ਲਗਾਉਣੇ ਪੈ ਗਏ, ਤਾਂ ਉਹ ਦੇਖੋ ਸ਼ੀਸ਼ਾ ਤੋੜ ਕੇ ਉਸ ਦਾ ਸਿਰ ਬਾਹਰ ਵੱਲ ਆ ਗਿਆ। ਤੇ ਕਿਉਂ ਆ ਗਿਆ? ਕਿਉਂਕਿ ਕਾਰ ਵੀ ਪਹਿਲਾਂ ਬਹੁਤ ਤੇਜ਼ ਗਤੀ ਨਾਲ ਚੱਲ ਰਹੀ ਸੀ ਤੇ ਉਸ ਦੀ ਬਾਡੀ ਵੀ ਉਨੀ ਤੇਜ਼ ਗਤੀ ਨਾਲ ਜਾ ਰਹੀ ਸੀ। ਜਦੋਂ ਇੱਕਦਮ ਕਾਰ ਨੇ ਬ੍ਰੇਕ ਮਾਰ ਦਿੱਤੇ ਤਾਂ ਉਸ ਦੇ ਨਾਲ ਕੀ ਹੋ ਗਿਆ? ਕਾਰ ਤਾਂ ਵਿਰਾਮ ਅਵਸਥਾ 'ਚ ਆ ਗਈ, ਪਰ ਉਸ ਲੜਕੀ ਦੀ ਜੋ ਗਤੀ ਸੀ ਉਹ ਪਹਿਲਾਂ ਜਿੰਨੀ ਸੀ, ਜਿਸ ਕਰਕੇ ਉਹ ਅੱਗੇ ਵੱਲ ਨੂੰ ਡਿੱਗੀ। ਇਸੇ ਕਰਕੇ ਜਿਹੜੀ ਹੈ ਸੀਟ ਬੈਲਟ ਲਾਉਣੀ ਜ਼ਿਆਦਾ ਜ਼ਰੂਰੀ ਹੈ ਆਪਣੀ ਸੁਰੱਖਿਆ ਵਾਸਤੇ। ਹੁਣ ਤੁਸੀਂ ਬੱਚਿਓ, ਇਹ ਸੀਗੀਆਂ ਸਾਰੀਆਂ ਹੈਗੀਆਂ ਜੜਤਾ ਦੀਆਂ ਉਦਾਹਰਨਾਂ। ਹੁਣ ਇੱਕ ਉਦਾਹਰਨ ਹੈਗੀ ਆ ਕਿ ਇੱਕ ਗਲਾਸ ਲੈ ਲਓ ਤੇ ਇੱਕ ਗੱਤਾ ਲੈ ਲਓ ਤੇ ਇੱਕ ਸਿੱਕਾ ਲੈ ਲਓ। ਤਾਂ ਅਸੀਂ ਦੇਖਦੇ ਆ ਕਿ ਜਦੋਂ ਅਸੀਂ ਗੱਤੇ ਨੂੰ ਸਟਰਾਈਕ ਕਰਦੇ ਆ ਤਾਂ ਗੱਤਾ ਜਿਹੜਾ ਹੈਗਾ ਉਹ ਗਤੀਮਾਨ ਅਵਸਥਾ ਦੇ ਵਿੱਚ ਆ ਜਾਂਦਾ ਹੈ, ਪਰ ਸਿੱਕਾ ਆਪਣੀ ਪਹਿਲੀ ਅਵਸਥਾ ਵਿਰਾਮ ਅਵਸਥਾ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕਰੂਗਾ, ਤੇ ਜਿਸ ਨਾਲ ਉਹ ਗੱਤਾ ਦਾ ਅੱਗੇ ਚਲਾ ਜਾਏਗਾ ਪਰ ਸਿੱਕਾ ਗਲਾਸ ਦੇ ਵਿੱਚ ਹੀ ਡਿੱਗ ਪਵੇਗਾ। ਸੋ ਇੱਕ ਮੈਂ ਇਹ ਐਕਸਪੈਰੀਮੈਂਟ ਤੁਹਾਨੂੰ ਕਰਕੇ ਦਿਖਾਉਣ ਲੱਗੀ ਹਾਂ। ਆ ਗਲਾਸ ਲੈ ਲਓ ਤੇ ਆ ਉੱਪਰ ਇੱਕ ਮੈਂ ਗੱਤੇ ਦਾ ਟੁਕੜਾ ਰੱਖ ਲਿਆ, ਥੋੜਾ ਜਿਹਾ ਸਖਤ ਹੋਣਾ ਚਾਹੀਦਾ। ਤੇ ਮੈਂ ਇੱਕ ਕੋਈ ਵੀ ਕੋਇਨ ਲੈ ਲਿਆ ਤੇ ਇਹਦੇ ਉੱਪਰ ਰੱਖਤਾ। ਹੁਣ ਮੈਂ ਕੀ ਕਰਾਂਗੀ, ਇਸ ਨੂੰ ਗੱਤੇ ਦੇ ਟੁਕੜੇ ਨੂੰ ਸਟਰਾਈਕ ਕਰਾਂਗੀ ਤਾਂ ਉਹ ਗਤੀਮਾਨ ਅਵਸਥਾ ਦੇ ਵਿੱਚ ਆ ਜਾਏਗਾ, ਪਰ ਸਿੱਕਾ ਉਹਦੇ ਉੱਪਰ ਜਿਹੜਾ ਹੈਗਾ ਉਹ ਜੜਤਾ ਦੇ ਗੁਣ ਕਾਰਨ ਆਪਣੀ ਪਹਿਲੀ ਅਵਸਥਾ ਵਿਰਾਮ ਅਵਸਥਾ ਵਿੱਚ ਹੀ ਰਹਿਣ ਦੀ ਕੋਸ਼ਿਸ਼ ਕਰੂਗਾ। ਤੇ ਦੇਖਿਓ, ਤੇ ਉਹ ਫਿਰ ਵਿੱਚ ਡਿੱਗ ਪਵੇਗਾ। ਦੁਬਾਰਾ ਕਰਦੀ ਹਾਂ ਮੈਂ। ਆ ਦੇਖੋ, ਇਸ ਤਰ੍ਹਾਂ ਅਸੀਂ ਜੜਤਾ ਦੇ ਗੁਣ ਦੀ ਮਤਲਬ ਅਸੀਂ ਕਰਕੇ ਵੀ ਦੇਖ ਸਕਦੇ ਹਾਂ। ਹਾਂ ਬੱਚੇ, ਹੁਣ ਤੱਕ ਮੈਂ ਤੁਹਾਨੂੰ ਸਾਰਿਆਂ ਦੱਸਿਆ ਕਿ ਕਿਸ ਤਰ੍ਹਾਂ ਨਾਲ ਜਿਹੜੀ ਜੜਤਾ ਦੀਆਂ ਕਿਹੜੀਆਂ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਉਦਾਹਰਨਾਂ ਹਨ। ਤੇ ਮੈਂ ਹੁਣ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਜੜਤਾ ਤੇ ਪੁੰਜ ਦੇ ਵਿੱਚ ਵੀ ਬੜਾ ਤਕੜਾ ਸੰਬੰਧ ਹੈ। ਹੁਣ ਜਿਵੇਂ ਚਿੱਤਰ ਦੇ ਵਿੱਚ ਤੁਸੀਂ ਦੇਖ ਰਹੇ ਹੋ, ਇੱਕ ਵੱਡਾ ਪੱਥਰ ਹੈ, ਉਸ ਨੂੰ ਇੱਕ ਲੜਕਾ ਖਿੱਚ ਰਿਹਾ ਤੇ ਉਸ ਨੂੰ ਜ਼ਿਆਦਾ ਜ਼ੋਰ ਲਾਣਾ ਪਏਗਾ ਤੇ ਫਿਰ ਵੀ ਉਹ ਹਿੱਲਦਾ ਨਹੀਂ। ਇੱਕ ਫਿਰ ਛੋਟਾ ਪੱਥਰ ਆ, ਉਹਨੂੰ ਜਦੋਂ ਖਿੱਚਦਾ ਤਾਂ ਉਹ ਆਰਾਮ ਨਾਲ ਖਿੱਚਿਆ ਜਾਂਦਾ। ਸੋ ਜਿੰਨਾ ਉਸ ਦਾ ਪੁੰਜ ਜ਼ਿਆਦਾ ਹੋਏਗਾ ਕਿਸੇ ਵਸਤੂ ਦਾ, ਉਨਾ ਹੀ ਉਸ ਦੀ ਜੜਤਾ ਵੀ ਜ਼ਿਆਦਾ ਹੋਏਗੀ। ਉਹ ਆਪਣੀ ਪਹਿਲੀ ਅਵਸਥਾ ਵਿੱਚ ਰਹਿਣ ਦੀ ਕੋਸ਼ਿਸ਼ ਜ਼ਿਆਦਾ ਕਰੇਗੀ। ਸੋ ਸਾਰੀਆਂ ਵਸਤੂਆਂ ਦੀ ਜੜਤਾ ਬਰਾਬਰ ਨਹੀਂ ਹੁੰਦੀ, ਠੀਕ ਹੈ। ਇਸੇ ਤਰ੍ਹਾਂ ਨਾਲ ਜਿਵੇਂ ਆਪਾਂ ਇੱਕ ਪੁਸਤਕਾਂ ਨਾਲ ਭਰਿਆ ਹੋਇਆ ਬਕਸਾ ਹੈ ਤੇ ਇੱਕ ਖਾਲੀ ਬਕਸਾ ਹੈ, ਤੇ ਜਿਹੜਾ ਭਰਿਆ ਹੋਇਆ ਬਕਸਾ ਹੈ ਕਿਤਾਬਾਂ ਨਾਲ, ਉਸ ਨੂੰ ਅਸੀਂ ਜਦੋਂ ਧੱਕਾ ਲਗਾਉਂਦੇ ਆ ਉਹ ਆਰਾਮ ਨਾਲ ਉਹ ਹਿਲਦਾ ਨਹੀਂ, ਜਦ ਕਿ ਜਿਹੜਾ ਖਾਲੀ ਬਕਸਾ ਹੈਗਾ ਉਹ ਆਰਾਮ ਨਾਲ ਹਿਲ ਜਾਂਦਾ। ਸੋ ਇਹਦਾ ਮਤਲਬ ਕੀ ਹੋਇਆ, ਫਿਰ ਭਰੇ ਹੋਏ ਬਕਸੇ ਦੀ ਜੜਤਾ ਜ਼ਿਆਦਾ ਤੇ ਖਾਲੀ ਬਕਸੇ ਦੀ ਜੜਤਾ ਘੱਟ ਹੈ। ਸੋ ਇਸੇ ਤਰ੍ਹਾਂ
ਬੱਚਿਓ ਅਸੀਂ ਦੇਖਦੇ ਕਹਿ ਸਕਦੇ ਹਾਂ ਕਿ ਇੱਕ ਜੇ ਮੈਂ ਰੇਲ ਗੱਡੀ ਲੈ ਲਾਂ, ਇੱਕ ਛਕੜਾ ਗੱਡੀ ਲੈ ਲਾਂ, ਹੁਣ ਦੋਨਾਂ ਦੇ ਪੁੰਜ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਤੇ ਜੇ ਮੈਂ ਰੇਲ ਗੱਡੀ ਤੇ ਧੱਕਾ ਲਾਵਾਂ ਤੇ ਬਹੁਤ ਜ਼ਿਆਦਾ ਬਲ ਲਗਾਉਣ ਨਾਲ ਵੀ ਉਹ ਹਿੱਲੇਦੀ ਨਹੀਂ, ਬਲਕਿ ਜਦੋਂ ਛਕੜਾ ਗੱਡੀ ਤੇ ਮੈਂ ਉਨਾ ਹੀ ਬਲ ਲਾਵਾਂ ਤਾਂ ਉਹ ਤੇਜ਼ ਗਤੀ ਦੇ ਨਾਲ ਭੱਜ ਲਵੇਗੀ। ਸੋ ਇੱਥੋਂ ਇਹ ਪਤਾ ਲੱਗਦਾ ਕਿ ਜਿਹੜੀ ਜੜਤਾ ਤੇ ਪੁੰਜ ਦਾ ਆਪਸ ਵਿੱਚ ਬੜਾ ਸੰਬੰਧ ਹੈ। ਜਿੰਨਾ ਪੁੰਜ ਜ਼ਿਆਦਾ ਹੋਏਗਾ ਉਨਾ ਹੀ ਉਸਦੀ ਜੜਤਾ ਜ਼ਿਆਦਾ ਹੋਏਗੀ। ਸੋ ਅਸੀਂ ਕਹਿ ਸਕਦੇ ਹਾਂ ਕਿ ਮਾਤਰਾਤਮਕ ਰੂਪ ਵਿੱਚ ਵਸਤੂ ਦੀ ਜੜਤਾ ਪੁੰਜ ਤੋਂ ਮਾਪੀ ਜਾਂਦੀ ਹੈ। ਸੋ ਇਸ ਪ੍ਰਕਾਰ ਕਿਸੇ ਵਸਤੂ ਦਾ ਪੁੰਜ ਉਸਦੀ ਜੜਤਾ ਦਾ ਮਾਪ ਹੈ। ਸੋ ਜਿੰਨਾ ਪੁੰਜ ਜ਼ਿਆਦਾ ਹੋਏਗਾ ਉਨੀ ਹੀ ਜੜਤਾ ਜ਼ਿਆਦਾ ਹੋਏਗੀ। ਸੋ ਇਹ ਤਾਂ ਸੀਗਾ ਬੱਚਿਓ ਨਿਊਟਨ ਦੀ ਗਤੀ ਦਾ ਪਹਿਲਾ ਨਿਯਮ। ਤੇ ਹੁਣ ਆਪਾਂ ਸ਼ੁਰੂ ਕਰ ਰਹੇ ਹਾਂ ਨਿਊਟਨ ਦੀ ਗਤੀ ਦਾ ਦੂਸਰਾ ਨਿਯਮ। ਸੋ ਪਹਿਲਾ ਨਿਯਮ ਕੀ ਦੱਸਦਾ ਹੈ ਕਿ ਕਿਸੇ ਵੀ ਵਸਤੂ ਨੂੰ ਜੇ ਅਸੀਂ ਗਤੀ ਦੇ ਵਿੱਚ ਲਿਆਉਣਾ ਤਾਂ ਸਾਨੂੰ ਬਲ ਦੀ ਲੋੜ ਪੈਂਦੀ ਹੈ। ਜਿਹੜਾ ਦੂਸਰਾ ਨਿਯਮ ਹੈ ਇਹ ਸਾਨੂੰ ਦੱਸਦਾ ਕਿ ਅਸੀਂ ਬਲ ਨੂੰ ਕਿਵੇਂ ਮਾਪ ਸਕਦੇ ਹਾਂ। ਠੀਕ ਹੈ, ਤੇ ਜਦੋਂ ਅਸੀਂ ਨਿਊਟਨ ਦੀ ਦੂਸਰਾ ਨਿਯਮ ਸ਼ੁਰੂ ਕਰਨ ਜਾ ਰਹੇ ਹਾਂ, ਮੈਂ ਇਹਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇੱਕ ਹੈ ਟਰਮ ਹੈ ਸੰਵੇਗ, ਜਿਹੜੀ ਕਿ ਮਾਸ ਪੁੰਜ m ਤੇ ਵੇਗ v ਦਾ ਗੁਣਨਫਲ ਹੁੰਦੀ ਆ। ਇਹਨੂੰ ਅਸੀਂ p ਨਾਲ ਲਿਖਦੇ ਹਾਂ। p ਬਰਾਬਰ ਹੁੰਦੀ ਆ m ਗੁਣਾ v, ਪੁੰਜ ਗੁਣਾ ਵੇਗ ਤੇ ਸੰਵੇਗ। ਤੇ ਇਸ ਦਾ ਜਿਹੜਾ ਮਾਤਰਿਕ ਹੈ ਉਹ ਹੈ ਕਿਲੋਗ੍ਰਾਮ ਮੀਟਰ ਪਰ ਸੈਕਿੰਡ। ਇਹ ਜਿਹੜਾ ਸੰਵੇਗ ਹੈ ਇਸ ਦੀ ਦਿਸ਼ਾ ਵੀ ਹੁੰਦੀ ਆ ਤੇ ਇਸ ਦਾ ਪਰਿਮਾਣ ਵੀ ਹੁੰਦਾ ਹੈ। ਤੇ ਸੋ ਇਹਨੂੰ ਅਸੀਂ ਵੈਕਟਰ ਕੁਆਂਟੀਟੀ ਕਹਿੰਦੇ ਆ। ਇਹ ਮਤਲਬ ਉਹਦੇ ਤੇ ਅਸੀਂ ਤੀਰ ਦਾ ਨਿਸ਼ਾਨ ਪਾਉਂਦੇ ਆ ਉਹਦੇ ਉੱਪਰ। ਸੋ ਇਹ ਜਿਹੜਾ ਹੈ ਸੰਵੇਗ ਪੁੰਜ ਤੇ ਵੇਗ ਦਾ ਗੁਣਨਫਲ ਹੁੰਦਾ। ਇਹ ਟਰਮ ਕਿਉਂ ਆਈ? ਕਿਉਂ ਤੁਸੀਂ ਦੇਖਦੇ ਹੋ ਜਿਵੇਂ ਇੱਕ ਟੇਬਲ ਟੈਨਿਸ ਦੀ ਬਾਲ ਹੈ, ਜੇ ਉਹ ਜ਼ਿਆਦਾ ਸਪੀਡ ਨਾਲ ਵੀ ਕਿਸੇ ਵੱਜੇਗੀ ਤਾਂ ਉਹ ਇੰਨੀ ਸੱਟ ਨਹੀਂ ਮਾਰਦੀ, ਜਦ ਕਿ ਕ੍ਰਿਕਟ ਦੀ ਗੇਂਦ ਜੇ ਜ਼ਿਆਦਾ ਵੇਗ ਨਾਲ ਆ ਰਹੀ ਆ ਤੇ ਤੁਹਾਡੇ ਵੱਜਦੀ ਆ ਤੇ ਤੁਹਾਨੂੰ ਜ਼ਖਮੀ ਕਰ ਦਿੰਦੀ ਆ, ਕਿਉਂਕਿ ਕ੍ਰਿਕਟ ਦੀ ਜਿਹੜੀ ਗੇਂਦ ਆ ਉਹ ਟੇਬਲ ਟੈਨਿਸ ਦੀ ਗੇਂਦ ਨਾਲੋਂ ਭਾਰੀ ਹੁੰਦੀ ਹੈ। ਬੇਸ਼ੱਕ ਉਹਨਾਂ ਦਾ ਵੇਗ ਦੋਨਾਂ ਦਾ ਬਰਾਬਰ ਹੈ, ਪਰ ਉਹਦਾ ਜਿਹੜਾ ਪ੍ਰਭਾਵ ਹੈ ਉਹ ਜ਼ਿਆਦਾ ਹੈ, ਉਹਦੀ ਟੱਕਰ ਦਾ ਪ੍ਰਭਾਵ ਜ਼ਿਆਦਾ ਹੈ, ਇਸ ਕਰਕੇ ਉਹਦੇ ਨਾਲ ਜ਼ਿਆਦਾ ਸਾਨੂੰ ਸੱਟ ਲੱਗਦੀ ਹੈ। ਸੋ ਇਹਦਾ ਮਤਲਬ ਇਹ ਹੈ ਕਿ ਪੁੰਜ ਤੇ ਵੇਗ ਆ ਜਿਹੜੇ ਉਹ ਪੁੰਜ ਤੇ ਵੇਗ ਦਾ ਗੁਣਨਫਲ ਤੇ ਕੋਈ ਜਿਹੜੀ ਹੈਗੀ ਆ ਕੋਈ ਟਰਮ ਹੈ ਜਿਹੜੀ ਉਸ ਤੇ ਨਿਰਭਰ ਕਰਦੀ ਆ, ਉਸ ਨੂੰ ਅਸੀਂ ਕਹਿੰਦੇ ਆ ਸੰਵੇਗ। ਇਸ ਤਰ੍ਹਾਂ ਜਿਵੇਂ ਬੰਦੂਕ ਚੋਂ ਗੋਲੀ ਨਿਕਲਦੀ ਹੈ, ਬੇਸ਼ੱਕ ਉਸ ਦਾ ਪੁੰਜ ਬਹੁਤ ਥੋੜਾ ਹੈ, ਪਰ ਉਹ ਇੰਨੇ ਜ਼ਿਆਦਾ ਵੇਗ ਨਾਲ ਨਿਕਲਦੀ ਹੈ ਕਿ ਉਹ ਕਿਸੇ ਬੰਦੇ ਨੂੰ ਮਾਰ ਸਕਦੀ ਹੈ, ਕਿਉਂਕਿ ਦੋਨਾਂ ਦਾ ਜਿਹੜਾ ਗੁਣਨਫਲ ਆ ਉਹ ਬਹੁਤ ਜ਼ਿਆਦਾ ਹੋ ਜਾਂਦਾ। ਸੋ ਇਹ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਹੀ ਉਦਾਹਰਨਾਂ ਹੈਗੀਆਂ। ਹੁਣ ਜੇ ਟਰੱਕ ਆ ਜਿੰਨਾ ਕਾਫੀ ਭਾਰਾ ਹੈ ਪਰ ਉਹ ਵਿਰਾਮ ਅਵਸਥਾ 'ਚ ਵੇਗ 0 ਆ ਤਾਂ ਸਾਨੂੰ ਉਸ ਦਾ ਕੋਈ ਨੁਕਸਾਨ ਨਹੀਂ ਹੈ। ਸੋ ਇਹ ਜੋ ਦੋਨੇ ਚੀਜ਼ਾਂ ਮਿਲ ਕੇ ਇਹਨਾਂ ਦਾ ਜਿਹੜਾ ਟੱਕਰ ਦਾ ਪ੍ਰਭਾਵ ਆ ਉਹ ਜ਼ਿਆਦਾ ਹੋ ਜਾਂਦਾ, ਉਸ ਅਸੀਂ ਟਰਮ ਨੂੰ ਅਸੀਂ ਕਹਿੰਦੇ ਹਾਂ ਸੰਵੇਗ। ਸੰਵੇਗ ਕਿਹਦੇ ਬਰਾਬਰ ਹੁੰਦੀ ਹੈ ਬੱਚਿਓ? ਮਾਸ ਪੁੰਜ ਅਤੇ ਵੇਗ ਦਾ ਗੁਣਨਫਲ ਹੁੰਦੀ ਹੈ। ਸੋ ਗਤੀ ਦਾ ਦੂਸਰਾ ਨਿਯਮ ਕੀ ਹੈ ਕਿ ਕਿਸੇ ਅਸੰਤੁਲਿਤ ਬਲ ਦੇ ਪ੍ਰਯੋਗ ਨਾਲ ਉਸ ਵਸਤੂ ਦੇ ਵੇਗ ਵਿੱਚ ਪਰਿਵਰਤਨ ਹੁੰਦਾ ਹੈ। ਠੀਕ ਹੈ, ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਜੇ ਅਸੀਂ ਅਸੰਤੁਲਿਤ ਬਲ ਲਗਾਈਏ ਤਾਂ ਸੰਵੇਗ ਨੂੰ ਵੀ ਪਰਿਵਰਤਿਤ ਕਰੂਗਾ, ਜੇ ਵੇਗ ਨੂੰ ਪਰਿਵਰਤਿਤ ਕਰ ਸਕਦਾ। ਤੇ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਚਿੱਤਰ ਦੇ ਵਿੱਚ, ਕਾਰ ਨੂੰ ਬੱਚੇ ਧੱਕਾ ਲਾ ਰਹੇ ਨੇ, ਤੇ ਜੇ ਇਹ ਇੱਕਦਮ ਧੱਕਾ ਲਾਉਣਗੇ ਤਾਂ ਕਾਰ ਸਟਾਰਟ ਨਹੀਂ ਹੋ ਰਹੀ, ਉਹਦੀ ਬੈਟਰੀ ਡਾਊਨ ਹੈ। ਸੋ ਅਸੀਂ ਇਹਨੂੰ ਕਾਰ ਨੂੰ ਸਟਾਰਟ ਕਰਨਾ, ਖੜੀ ਹੈ ਤੇ ਧੱਕਾ ਲਾ ਰਹੇ ਨੇ। ਜੇ ਉਹ ਜ਼ਿਆਦਾ ਦੇਰ ਤੱਕ ਧੱਕਾ ਲਾਉਣਗੇ ਤਾਂ ਫਿਰ ਥੋੜ੍ਹੀ ਜਿਹੀ ਕਾਰ ਹਿੱਲ ਪੈਂਦੀ ਹੈ, ਚੱਲਣੀ ਸ਼ੁਰੂ ਕਰ ਦਿੰਦੀ ਹੈ। ਸੋ ਇਸ ਦਾ ਮਤਲਬ ਇਹ ਹੋਇਆ ਕਿ ਜਿਹੜਾ ਸੰਵੇਗ ਵਿੱਚ ਪਰਿਵਰਤਨ ਆ ਉਹ ਇਕੱਲੇ ਬਲ 'ਤੇ ਨਿਰਭਰ ਨਹੀਂ ਕਰਦਾ, ਬਲਕਿ ਉਸ 'ਤੇ ਵੀ ਨਿਰਭਰ ਕਰਦਾ ਕਿ ਬਲ ਕਿੰਨੇ ਸਮੇਂ ਲਈ ਲੱਗਿਆ। ਸੋ ਸੰਵੇਗ ਵਿੱਚ ਪਰਿਵਰਤਨ ਲਿਆਉਣ ਲਈ ਲੱਗਣ ਵਾਲਾ ਬਲ ਉਸ ਸਮੇਂ ਦਰ 'ਤੇ ਨਿਰਭਰ ਕਰਦਾ ਹੈ ਜਿਸ ਵਿੱਚ ਸੰਵੇਗ ਵਿੱਚ ਪਰਿਵਰਤਨ ਹੁੰਦਾ ਹੈ। ਠੀਕ ਹੈ ਬੱਚੋ। ਸੋ ਗਤੀ ਦਾ ਦੂਸਰਾ ਨਿਯਮ ਬਿਆਨ ਕਰਦਾ ਹੈ
कि किसी वस्तु के संवेग विच परिवर्तन की दर उस उत्ते लगाए गए बाहरी असंतुलित बल की दिशा के समानुपाती हुंदा है। हुण जिवें तुसीं कोई वस्तु लै ली जिसका पुंज हैगा स्मॉल m ते मुढ़ला वेग u है ते अंतम वेग v हो जाता t समय बाद जदों उस ते बल f लगदा तो संवेग विच परिवर्तन सीधा अनुपाती होएगा P2 माइनस P1 और mv माइनस mu m बाहर कढ़ लो तो अंदर की रह गया v माइनस u। संवेग विच परिवर्तन की दर सीधा अनुपाती हुंदी है m गुणा v माइनस u वटा t, जहाँ लगाया गया बल f सीधा अनुपाती हो गया m गुणा v माइनस u वटा t। ना v माइनस u वटा t की है बच्चों प्रवेग, मैं तुहानूं शुरू च दसता इस नूं असीं प्रवेग a नाल लिखते हैं। सो साडे कोले f किहदे बराबर आ गया KMA। K इत्थे की है अनुपातता स्थिरांक, K की है बच्चों अनुपातता स्थिरांक। पुंज दा ते प्रवेग दा SI मात्रक इस तरह चुनते हैं कि साडे कोले स्थिरांक K दा मान 1 हो जाता है। जे असीं जिहड़ा बल है 1 इकाई बल लै लीए, पुंज 1 किलोग्राम लै लीए, प्रवेग 1 मीटर पर सैकेंड स्क्वायर उहदे विच पैदा हुंदा है, तां असीं सारियां कीमतां भर दईए तां साडे कोले K दी जिहड़ा मान आ ओह 1 आ जाएगा। सो F बराबर है MA दे, अखीर दे विच साडे कोले की आ गया F बराबर है MA। F बल हो गया, M पुंज हो गया ते A की हो गया प्रवेग। सो ये हो गया न्यूटन का दूसरा नियम F बराबर है MA। इस नूं तुसीं याद रखना कि जिहड़ा बल है वो किहदा गुणनफल हो गया बच्चों पुंज अते प्रवेग दा। इस नूं तुसीं दिमाग दे विच बिठा लेना। सो जिवें आ देखो हाथी है, हाथी दा हुण उस ते कोई लड़का उस ते जोर लगा रहा क्योंकि इसका पुंज बहुत ज़्यादा है तो प्रवेग कितना होएगा 0। सो बल भी 0 हो गया। बल का मात्रक की है बच्चों किलोग्राम मीटर पर सैकेंड स्क्वायर। ते इस नूं असीं न्यूटन भी कहने आ जिसका संकेत चिन्ह की है N, कैपिटल N। सो गति का दूसरा नियम सानू किस की दसदा है किसी वस्तु ते लग रहे बल नूं मापण दी विधि दसदा है। न्यूटन के दूसरे गति नियम दियां साडी रोजाना जिंदगी दे विच बहुत सारियां उदाहरणां हन। जिवें तुसीं क्रिकेट का मैच देखते हो तो की देखते हो जदों क्रिकेटर गेंद नूं पकड़दा है तो वो गेंद दे नाल अपने हथ पिछे वल लै जांदा है, जिवें कि चित्र विच दिखाया गया। इस दे नाल की हुंदा कि ओह उस समय नूं वधा दिंदा है जिस समय दे विच गेंद दा जिहड़ा अंतम वेग 0 हो जावे। तो इस दे नाल की होया समा वध गया तो संवेग विच परिवर्तन की दर घट गई तो बल भी घट गया। तो इट मीनस जदों बल घट गया तो वह घट बल दे नाल गेंद हत्थां नूं छूवेगी जिस करके सट लगन तो बचाव हो जाएगा। पर अगर यह उपरों ही गेंद नूं फड़दा है तो उहदे नाल की होएगा जिहड़ा समा है वेग नूं 0 करन दा ओह घट जांदा तो संवेग विच परिवर्तन की दर वध गई तो बल भी वध गया। सो ज़्यादा बल दे नाल वो हत्थां नूं छूएगी तो उसदे सट लगेगी। इस तरह तुसीं देखते हो कि जदों असीं उच्ची छलांग मारते हैं तो उहदे लई कुशन दे गद्दे जां रेत दे गद्दे रखे जांदे ने। उहदे नाल की हुंदा जदों छाल मारी जाती है तो उसका जिहड़ा समा है वह वध जाता है रुकण का समा, जिस करके संवेग विच परिवर्तन की दर घट जाती है तो बल घट जाता है। घट बल नाल डिगदे आ तो साडे सट घट लगती है। जे पक्के फर्श ते डिगांगे बेटे तो फिर सट ज़्यादा लगूगी क्योंकि सानूं रुकण लई जिहड़ा समा सी ओह घट लग्या। जे घट लगूगा संवेग विच परिवर्तन दर वध जूगी तो बल भी वध जूगा। हाँ, ये बच्चों सीगा साडे न्यूटन के गति के नियम दियां जिंदगी दे विच उदाहरणां। ते जिहड़ा गति का जिहड़ा दूसरा नियम है इस तो असीं
पहला नियम भी कढ़ सकते हैं। आ देखो जिवें चित्र जिवें तुहानूं मैं दिखाया कि जिवें फोर्स किहदे बराबर हुंदी आ, पुंज गुणा प्रवेग। बल किहदे बराबर है, पुंज गुणा प्रवेग। F बराबर है ma। ये की है, न्यूटन का दूसरा नियम। तो ए की जगह ते असी पुट कर दो प्रवेग की कीमत पुट कर दो v माइनस यू बटा टी। तो फिर अगे इनू देखो ये एम वी माइनस एम यू बटा टी हो गया। नाओ जे हुण आपां बल नू जीरो पुट कर दिए तो सज्जे पासे भी जीरो हो जाएगा। जे खब्बे पासे जीरो कर दिए तो सज्जे पासे जीरो हो गया, तो एम वी माइनस एम यू जीरो हो गया, तो एम वी बराबर एम यू दे हो गया और वी बराबर यू दे हो गया। सो यही न्यूटन का पहला नियम है कि अगर असी किसी वस्तु ते बल नहीं लगाते, असंतुलित बाहरी बल नहीं लग रहा, तो वह अपनी जे गतिमान अवस्था में है तो उसे च रहेगी। जे असी यू नू जीरो पुट कर दिए तो वी भी जीरो हो गया, मतलब जे वो विराम अवस्था में पई है तो विराम अवस्था पएगी रहेगी। सो इस तरह नाल न्यूटन के दूसरे गति नियम तो असी पहला भी कढ़ सकते हैं। सो बच्चों आया एक देखो एक स्क्रीन ते एक कार है जिमें 1000 किलोग्राम एदा पुंज आ ते किन्ने प्रवेग नाल चल रही है, 0.05 मीटर पर सैकेंड प्रवेग नाल चल रही है। तो इस ते किन्ना बल लग्या, दोनों नू गुणा कर दो तो साडे कोले 50 न्यूटन आ जाएगा। सो इस तरह थल्ले एक होर कार है जिसका पुंज ज़्यादा, किन्ना हो गया उहदा 2000 किलोग्राम, तो फिर उस ते किन्ना बल लग्या 100 न्यूटन। बच्चों हुण आपां करदे हां न्यूटन की गति का तीसरा नियम। तीसरा नियम की है कि जदों एक वस्तु दूजी वस्तु ते बल लगाउंदी आ तो दूजी वस्तु भी उसे समय पहली वस्तु ते बल लगाउंदी है। ये दोनों बल मात्रा विच हमेशा बराबर परंतु दिशा विच उल्ट हुंदे हन। इसका भाव है कि बल दो वख-वख वस्तुओं ते लगदे हन। इनू असी सधारण तरीके नाल गति के तीसरे नियम नू याद कर सकते हैं कि हरेक क्रिया के बराबर परंतु उस दे उल्ट दिशा दे विच प्रतिक्रिया हुंदी है। सो सानू ये याद रखना चाहिए ते क्रिया ते प्रतिक्रिया हमेशा दो वख-वख वस्तुओं ते काम करदियां हन। जिवें कि चित्र विच मैं दिखाया, देखो बच्चों, ते एक किश्ती आ, एक मलाह आ, ते जिहड़ा हैगा जदों उहने बाहर छाल मारनी आ वो ओहदी क्रिया होगी, ते बिल्कुल इस दे उल्ट किश्ती ते प्रतिक्रिया लगी ते किश्ती पानी दे विच नूं अंदर वल धक्की जाएगी। इस तरह जिवें आ देखो गुब्बारा है चित्र दे विच, इहदे विच जिहड़ियां गैसां ने वो थल्ले वल नूं डिग रहीआं ने, वो क्रिया होगी, ते इस दे इहदी प्रतिक्रिया नाल जिहड़ा गुब्बारा हैगा ਉਹ ਉੱਪਰ ਵੱਲ ਨੂੰ ਜਾ ਰਿਹਾ है। सो ये दोने